हेलो एवरीवन, वेलकम यू ऑल इन योर ओन चैनल लर्न एवरीथिंग। सो ਆਪਾਂ ਕਰ ਇਸ ਕੈਮਿਸਟਰੀ ਦਾ ਚੈਪਟਰ ਥਰਮੋਡਾਇਨਾਮਿਕਸ ਦੇ ਵਿੱਚ ਆਪਾਂ ਨੈਕਸਟ ਦੇਖਦੇ ਹਾਂ ਐਂਥੈਲਪੀ। ਇਹ ਵੀ ਇੰਪੋਰਟੈਂਟ ਹੈਗਾ, ਸਿਲੇਬਸ ਦੇ ਵਿੱਚ ਮੈਂਸ਼ਨ ਹੈਗਾ ਬਟ ਐਂਥੈਲਪੀ ਹੁੰਦੀ ਕੀ ਆ, ਠੀਕ ਹੈ। ਵਟ ਇਜ਼ ਐਂਥੈਲਪੀ ਪਹਿਲਾਂ ਇਹ ਦੇਖਦੇ ਹਾਂ। ਦ ਸਮ ਆਫ ਇੰਟਰਨਲ ਐਨਰਜੀ ਐਂਡ ਦ ਪ੍ਰੋਡਕਟ ਆਫ ਇਟਸ ਪ੍ਰੈਸ਼ਰ ਐਂਡ ਵੋਲਿਊਮ। ਦੇਖੋ ਇੰਟਰਨਲ ਐਨਰਜੀ ਪਲੱਸ ਪ੍ਰੋਡਕਟ ਕਰਨਾ ਪ੍ਰੈਸ਼ਰ ਅਤੇ ਵੋਲਿਊਮ ਦਾ, ठीक है। ये सम ਨੂੰ ਆਪਾਂ ਬੋਲਦੇ ਆ ਐਂਥੈਲਪੀ। ਸਾਈਨ ਇਹਦਾ ਹੁੰਦਾ H, ਸਿੰਬਲ ਹੈਗਾ H, ਵੇਅਰ U ਇਜ਼ ਦਾ ਇੰਟਰਨਲ ਐਨਰਜੀ, P ਇਜ਼ ਦਾ ਪ੍ਰੈਸ਼ਰ ਐਂਡ V ਇਜ਼ ਦਾ ਵੋਲਿਊਮ ਆਫ ਦਾ ਸਿਸਟਮ। ਇਹਨੂੰ ਆਪਾਂ ਹੀਟ ਕੰਟੈਂਟ ਵੀ ਕਹਿੰਦੇ ਆ। ਐਂਥੈਲਪੀ ਇਜ਼ ਆਲਸੋ ਕਾਲਡ ਹੀਟ ਕੰਟੈਂਟ। ਦੇਖੋ ਇਹ ਸਪੈਸ਼ਲ ਦੇਖੋ ਹਾਈਲਾਈਟ ਕੀਤਾ ਹੈਗਾ ਨਾ। ਆਈ ਥਿੰਕ ਇਹ ਮਾਸਟਰ ਕਿਡ ਵਿੱਚ ਪੁੱਛਿਆ ਵੀ ਗਿਆ ਕੁਐਸਚਨ ਕਿ ਕਿਹਨੂੰ ਹੀਟ ਕੰਟੈਂਟ, ਐਂਥੈਲਪੀ ਨੂੰ ਹੋਰ ਕੀ ਕਹਿੰਦਾ ਹੀਟ ਕੰਟੈਂਟ। ਤਾਂ ਇਸ ਲਈ ਮੈਂ ਤੁਹਾਨੂੰ ਬੋਲ ਰਹੀ ਹਾਂ ਜੋ ਹਾਈਲਾਈਟਡ ਹੁੰਦਾ ਨਾ, ਬਲੈਕ ਥੋੜਾ ਹਾਈਲਾਈਟਡ ਹੁੰਦਾ, ਜਾਂ ਫਿਰ ਸਮਰੀ ਜੋ ਲਾਸਟ ਚੈਪਟਰ ਦਿੰਦੀ ਉਹਦੇ ਵਿੱਚੋਂ ਹੀ ਤੁਹਾਨੂੰ 70% ਪੇਪਰ ਦੇ ਵਿੱਚੋਂ ਕੁਐਸਚਨ ਦੇਖਣ ਨੂੰ ਮਿਲ ਜਾਂਦੇ ਆ, ਠੀਕ ਹੈ। ਸੋ ਮੋਸਟ ਇੰਪੋਰਟੈਂਟ ਦੇ ਵਿੱਚੋਂ ਉਹੀ ਕੁਐਸਚਨ ਚੱਕਦੇ ਆ, ਸੋ ਉਹਨਾਂ ਨੂੰ ਜ਼ਿਆਦਾ ਧਿਆਨ ਨਾਲ ਦੇਖਿਆ ਕਰੋ। ਨੈਕਸਟ ਹੈਗਾ ਸਿੰਸ H ਡਿਪੈਂਡ ਅਪੋਨ ਦ 3 ਫੰਕਸ਼ਨ U, P, V ਐਂਡ ਇਟਸ ਆਲਸੋ ਸਟੇਟ ਫੰਕਸ਼ਨ। ਐਂਡ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਸੀ ਕਿ ਜਦੋਂ ਆਪਾਂ ਪੂਰਾ ਚੈਪਟਰ ਕਰਦੇ ਆ ਨਾ, ਤੇ ਇਹ ਚੈਪਟਰ ਕਰਦੇ ਇੱਕ ਦੋ ਵਾਰੀ ਸੁਣਿਆ, ਉਹਦੇ ਵਿੱਚੋਂ ਮੇਨ ਨੋਟਸ ਪ੍ਰੀਪੇਅਰ ਕੀਤੇ। ਐਂਡ ਜੋ ਮੈਂ ਦੱਸਦੀ ਹੁੰਦੀ ਕਿ ਇਹ ਜ਼ਿਆਦਾ ਬਹੁਤ ਇੰਪੋਰਟੈਂਟ ਹੈਗਾ ਆ, ਐਂਡ ਜੋ ਉਹਦੇ ਵਿੱਚੋਂ ਮੇਨ ਪੁਆਇੰਟਸ ਬਣਦੇ ਆ, ਸਮਰੀ ਬਣਦੀ, ਉਹਨੂੰ ਤੁਸੀਂ ਜ਼ਿਆਦਾ ਦੇਖਿਆ ਕਰੋ, ਠੀਕ ਹੈ। ਬਾਕੀ ਚੈਪਟਰ ਵੀ ਪੜ੍ਹਿਆ ਬਟ ਉਹ ਜਿਹੜੇ ਮੈਂ ਤੁਹਾਨੂੰ ਦੂਸਰੀ ਚੀਜ਼ ਦੱਸੀ ਉਹਨੂੰ ਤੁਸੀਂ ਜ਼ਿਆਦਾ ਹੋਰ ਧਿਆਨ ਦੇ ਨਾਲ ਕਰਨਾ ਹੈ, ਠੀਕ ਹੈ ਜੀ। ਸੋ ਨੈਕਸਟ, ਐਵਰੀ ਸਬਸਟੈਂਸ ਹੈਜ਼ ਅ ਡੈਫੀਨਿਟ ਵੈਲਿਊ ਆਫ ਐਂਥੈਲਪੀ ਐਂਡ ਅ ਪਰਟੀਕੂਲਰ ਸਟੇਟ। मतलब कोई डेफिनेट वैल्यू ऑफ एंथैल्पी होएगी ਉਹਦੀ ਕੀ पर्टिकुलर हर सबस्टांस ਦੀ किसी पर्टिकुलर स्टेट ਦੇ ਵਿੱਚ। लाइक इंटरनल एनर्जी द एब्सोल्यूट एंथैल्पी कैन नॉट बी मेजर्ड। एब्सोल्यूट ਤਾਂ ਆਪਾਂ ਨਹੀਂ ਮੇਜ਼ਰ ਕਰ ਸਕਦੇ। ਹਾਊਐਵਰ ਦਾ ਚੇਂਜ ਇਨ ਜਿਹੜਾ ਐਂਥੈਲਪੀ ਹੈਗਾ ਕਿਸੇ ਪ੍ਰੋਸੈਸ ਦੇ ਵਿੱਚ ਉਹ ਆਪਾਂ ਮੇਜ਼ਰ ਕਰ ਸਕਦੇ। ਲੈਟਸ ਸੇ ਕੋਈ ਪ੍ਰੋਸੈਸ A ਤੋਂ B ਹੋਇਆ ਨਾ, ਦਿਸ ਇਜ਼ ਦਾ ਪ੍ਰੋਡਕਟ, ਦਿਸ ਇਜ਼ ਦਾ ਰਿਐਕਟੈਂਟ। ਚੇਂਜ ਇਨ ਐਂਥੈਲਪੀ ਕਿੰਨਾ ਹੋ ਜਾਏਗਾ? ਪ੍ਰੋਡਕਟ ਮਾਈਨਸ ਰਿਐਕਟੈਂਟ, ਪ੍ਰੋਡਕਟ ਦੀ ਐਂਥੈਲਪੀ ਮਾਈਨਸ ਰਿਐਕਟੈਂਟ ਦੀ ਐਂਥੈਲਪੀ। ਸੋ H is the enthalpy of state A, HB is the enthalpy of state B. Delta is the change in enthalpy. For a chemical reaction, delta H can be given as the difference between the enthalpies of the product and reactant. So delta H ਤੁਹਾਨੂੰ product ਤੇ reactant ਦੇ ਵਿੱਚ enthalpy change ਉਹ ਦੱਸ ਰਿਹਾ। So delta H is equals to H of product minus H of reactant. So HP is the enthalpy of product, HR is the enthalpy of reactant, delta H is the enthalpy change. ਜੇ reaction ਜਿਹੜੀ carried out ਹੋਈ ਹੈ at the constant temperature and constant pressure, ਜਿਹੜਾ heat exchange ਆ by the system with surrounding, ਉਹ ਕੀ ਰਹੇਗਾ? equal to change in enthalpy, ठीक है ना। सो मतलब कि क्यों ये होया क्यों? क्योंकि ਤੁਸੀਂ ਟੈਂਪਰੇਚਰ ਵੀ ਕਾਂਸਟੈਂਟ ਰੱਖਿਆ, ਪ੍ਰੈਸ਼ਰ ਵੀ ਕਾਂਸਟੈਂਟ ਰੱਖਿਆ, ਫਿਰ ਜਿਹੜਾ ਹੀਟ ਐਕਸਚੇਂਜ ਹੋਏਗਾ ਉਹ ਕਿਹਦੇ ਇਕੁਅਲ ਟੂ ਰਹਿ ਜਾਏਗਾ? ਸਿਰਫ ਚੇਂਜ ਇਨ ਐਂਥੈਲਪੀ ਦੇ ਇਕੁਅਲ ਟੂ ਰਹਿ ਜਾਏਗਾ। ਸੋ ਅਸੀਂ ਕਹਿ ਸਕਦੇ ਐਂਥੈਲਪੀ ਚੇਂਜ ਆਫ ਅ ਰਿਐਕਸ਼ਨ ਇਜ਼ ਇਕੁਅਲ ਟੂ ਹੀਟ ਐਬਜ਼ੌਰਬਡ ਔਰ ਹੀਟ ਐਵੋਲਵ ਡਿਊਰਿੰਗ ਅ ਰਿਐਕਸ਼ਨ, ਜਦੋਂ ਟੈਂਪਰੇਚਰ ਕੀ ਆ ਕਾਂਸਟੈਂਟ ਤੇ ਪ੍ਰੈਸ਼ਰ ਵੀ ਕੀ ਆ ਕਾਂਸਟੈਂਟ। ਸੋ ਡੈਲਟਾ ਐਚ ਕੀ ਆ ਗਿਆ? ਹੀਟ ਐਵੋਲਵ ਜਾਂ ਹੀਟ ਐਬਜ਼ੌਰਬਡ ਇਨ ਦ ਰਿਐਕਸ਼ਨ ਐਟ ਕਾਂਸਟੈਂਟ ਟੈਂਪਰੇਚਰ ਐਂਡ ਕਾਂਸਟੈਂਟ ਪ੍ਰੈਸ਼ਰ। ਸੋ ਇਹ ਵੀ ਈਜ਼ੀ ਹੈਗਾ, ਸਿੰਪਲ ਆ। ਸਿਗਨੀਫਿਕੈਂਸ ਕੀ ਹੈਗੇ ਨੇ ਡੈਲਟਾ ਯੂ ਤੇ ਡੈਲਟਾ ਐਚ ਦੇ? ਐਂਡ ਫਸਟ ਲਾਅ ਆਫ ਥਰਮੋਡਾਇਨਾਮਿਕਸ। प्रीवियस वीडियो ਦੇ ਵਿੱਚ ਆਪਾਂ ਚੰਗੀ ਤਰ੍ਹਾਂ ਫਸਟ ਲਾਅ ਆਫ ਥਰਮੋਡਾਇਨਾਮਿਕਸ ਹੀ ਸਮਝਿਆ ਨਾ। ਇਹੀ ਸਟੇਟਮੈਂਟ ਸੀ ਉਹਦੀ, U ਇਜ਼ ਇਕੁਅਲਸ ਟੂ Q ਪਲੱਸ W। ਇਹ ਕੀਤਾ ਆਪਾਂ। ਲੈਟ ਦ ਚੇਂਜ ਇਨ ਵੋਲਿਊਮ ਡਿਊਰਿੰਗ ਦ ਪ੍ਰੋਸੈਸ ਐਟ ਕਾਂਸਟੈਂਟ P, ਜਦੋਂ ਪ੍ਰੈਸ਼ਰ ਕਾਂਸਟੈਂਟ ਹੈਗਾ ਹੈ ਨਾ, ਚੇਂਜ ਇਨ ਵੋਲਿਊਮ ਜਿਹੜਾ ਆ ਉਹ ਹੈਗਾ ਡੈਲਟਾ B। ਦੈਨ ਦਾ ਵਰਕ ਡਨ ਰੈਫਰ ਟੂ ਐਜ਼ ਪ੍ਰੈਸ਼ਰ ਵੋਲਿਊਮ ਵਰਕ। ਉਦੋਂ ਆਪਾਂ ਕਹਿੰਦੇ ਜਿਹੜਾ ਵਰਕ ਹੋਇਆ ਉਹਨੂੰ ਬੋਲਦੇ ਪ੍ਰੈਸ਼ਰ ਵੋਲਿਊਮ ਵਰਕ, ਅਤੇ ਉਹਨੂੰ ਬੋਲਦੇ ਆਪਾਂ P ਡੈਲਟਾ V। ਪ੍ਰੈਸ਼ਰ ਕਾਂਸਟੈਂਟ ਹੈਗਾ, ਚੇਂਜ ਇਨ ਵੋਲਿਊਮ ਡੈਲਟਾ V ਹੈਗਾ। ਵੈਨ ਅ ਗੈਸ ਐਕਸਪੈਂਡ, ਵਰਕ ਡਨ ਬਾਈ ਦਾ ਸਿਸਟਮ ਔਨ ਦਾ ਸਰਾਊਂਡਿੰਗ ਐਂਡ ਦਾ ਪ੍ਰੈਸ਼ਰ ਵੋਲਿਊਮ ਵਰਕ ਅਸੀਂ ਲੈਂਦੇ ਹਾਂ W ਇਕੁਅਲ ਟੂ ਮਾਈਨਸ P ਡੈਲਟਾ V, ਯਾਨੀ ਵਰਕ ਡਨ ਇਕੁਅਲ ਟੂ ਲੈਣਾ ਮਾਈਨਸ P ਡੈਲਟਾ V। ਕਦੋਂ? ਜਦੋਂ ਵਰਕ ਡਨ ਬਾਈ ਦਾ ਸਿਸਟਮ ਹੋਇਆ ਔਨ ਦਾ ਸਰਾਊਂਡਿੰਗ, ਅਤੇ ਉਸ ਵੇਲੇ, ਠੀਕ ਆ। ਇਹ ਵਾਲਾ ਲਿਆ P ਡੈਲਟਾ V। ਜੇ ਹੁਣ ਇਹ ਪ੍ਰੋਸੈਸ ਜਿਹੜਾ ਕਾਂਸਟੈਂਟ ਵੋਲਿਊਮ 'ਤੇ ਹੁੰਦਾ, ठीक है, यानी चेंज इन वॉल्यूम जीरो, कांस्टेंट वॉल्यूम मतलब चीज़ कांस्टेंट आई, चेंज कितना आ गया जीरो। सो ये चीज़ तो जीरो आ जाएगी। सो जो तुहाडे को ए वाला क्यू है दैट इज इक्वल टू किधर रह जाएगा? डेल्टा यू दे। सिंपल, ठीक है, सिंपल हैगा। सो इत्थों साडे को क्यू भी क्या आ गया? वी मतलब कांस्टेंट वॉल्यूम ते डेल्टा यू। सो आपां कह सकते हैं कि जिहड़ी चेंज इन इंटरनल एनर्जी है जिहड़ी वो किहदे इक्वल टू आ गई? हीट एब्जॉर्ब या एवॉल्व जो कांस्टेंट वॉल्यूम ते कांस्टेंट टैंपरेचर। इहदी उन्होंने कंडीशन बस तुसीं एक कंडीशन च पुट करके देखी जाना, तुहानूं एक पता होना चाहिए ना। एंथैल्पी H इज इक्वल टू U प्लस P V, ये भी आप डेफिनेशन करके आए हैं। एंथैल्पी चेंज, जो चेंज इतने डेल्टा लगा दो P डेल्टा V। हम देखो जो इतने डेल्टा ओपन करांगे इदा भी हो सकता P फिर डेल्टा V या V डेल्टा P हो सकता। हुण जे कांस्टेंट प्रैशर तो डेल्टा P हुणी जीरो हो जाने तो ये रह जाना इन्ना, ठीक है। दूसरा केस, इफ वर्क डन ड्यूरिंग द चेंज इज ओनली एक्सपेंशन ऑफ वर्क, सिर्फ वर्क की सिर्फ एक्सपैंड किया तो सिर्फ वर्क इक्वल टू माइनस P डेल्टा V, तो सिर्फ माइनस P डेल्टा V के इक्वल टू रह जाएगा। मतलब ओनली एक्सपेंशन वर्क है माइनस के इक्वल टू लईदा आप, तो माइनस P डेल्टा V आ जाएगा। लिखो तो पुट कर दो।
ਡੈਲਟਾ ਐਚ ਇਜ਼ ਇਕੁਅਲਸ ਟੂ ਕਿਊ ਮਾਈਨਸ ਪੀ ਡੈਲਟਾ ਵੀ ਪਲੱਸ ਕੀ ਸੀਗਾ ਸਾਡੇ ਕੋਲ ਪੀ ਡੈਲਟਾ ਵੀ ਕੱਟ ਹੋ ਜਾਣਗੇ, ਕਿਹਦੇ ਇਕੁਅਲ ਟੂ ਰਹਿ ਜਾਏਗਾ ਕਿਊ ਦੇ। ਸੋ ਡੈਲਟਾ ਐਚ ਇਜ਼ ਇਕੁਅਲਸ ਟੂ ਕਿਊ ਆ ਗਿਆ। ਸੋ ਐਂਥੈਲਪੀ ਚੇਂਜ ਮੇਜ਼ਰ ਦਾ ਹੀਟ ਚੇਂਜ ਟੇਕਿੰਗ ਪਲੇਸ ਡਿਊਰਿੰਗ ਦਾ ਪ੍ਰੋਸੈਸ ਆਫ ਕਾਂਸਟੈਂਟ ਪ੍ਰੈਸ਼ਰ। ਸੋ ਇਹੀ ਦੱਸਦਾ ਪਿਆ ਕਿ ਜਿਹੜਾ ਐਂਥੈਲਪੀ ਚੇਂਜ ਹੋ ਰਿਹਾ ਉਹ ਕਿਹਦੇ ਇਕੁਅਲ ਟੂ ਆ ਰਿਹਾ, ਹੀਟ ਚੇਂਜ, ਠੀਕ ਹੈ, ਇਵੋਲਵ ਹੋਈ ਹੈ, ਐਬਜ਼ੋਰਬ ਹੋਈ ਜਦੋਂ ਡਿਊਰਿੰਗ ਦਾ ਪ੍ਰੋਸੈਸ ਆਫ ਕਾਂਸਟੈਂਟ ਪ੍ਰੈਸ਼ਰ। ਸੋ ਇੱਥੋਂ ਇਹਨੂੰ ਸਮਰਾਈਜ਼ ਵੀ ਇਹਨੇ ਕੀਤਾ ਹੋਇਆ। if q is the amount of heat absorbed by the system constant volume ਤੇ equal to delta u ਰਹਿ ਜਾਣੀ, constant pressure ਤੇ equal to ਕੀ ਹੋ ਜਾਣੀ delta h। ਸਿੰਪਲ ਇਹੀ ਦੋ ਕੀਤੇ, ਇੱਕ ਦੇਖੋ constant pressure ਤੇ ਕੀਤਾ ਆਪਾਂ, ਠੀਕ ਹੈ, ਇਹਦੇ ਵਿੱਚ delta h ਦੇ equal to ਆ, ਇੱਕ ਆਪਾਂ ਕੀਤਾ constant volume ਤੇ, ਇਹ ਦੇਖੋ constant volume ਤੇ equal to delta u। ਇਹੀ ਦੋ ਮੇਨ ਪੁਆਇੰਟ ਆ ਜਿਹੜੇ ਤੁਸੀਂ ਜ਼ਿਆਦਾ ਨਹੀਂ ਕਰਨਾ ਤਾਂ ਇੰਨਾ ਜ਼ਰੂਰ ਯਾਦ ਰੱਖ ਲਿਓ, ਠੀਕ ਹੈ, ਸਿੰਪਲ। ਸੋ ਰਿਲੇਸ਼ਨਸ਼ਿਪ ਕੀ ਹੈ ਡੈਲਟਾ ਐਚ ਤੇ ਡੈਲਟਾ ਯੂ ਦੇ ਵਿੱਚ, ਸਾਨੂੰ ਪਤਾ ਇਹ ਤੋਂ ਵੀ ਕੋਈ ਰਿਐਕਸ਼ਨ ਹੋਈ ਹੈ ਨਾ, ਐਚ ਅਸੀਂ ਚੇਂਜ ਕੱਢ ਲਿਆ ਐਂਥੈਲਪੀ ਦਾ, ਐਚ ਬੀ ਮਾਈਨਸ ਐਚ। ਹੁਣ ਸਾਨੂੰ ਵੀ ਫਾਰਮੂਲਾ ਪਤਾ ਐਚ ਇਜ਼ ਇਕੁਅਲਸ ਟੂ ਯੂ ਪਲੱਸ ਪੀ ਵੀ, ਹੁਣ ਸਟਾਰਟਿੰਗ 'ਚ ਹੀ ਫਾਰਮੂਲਾ ਪਹਿਲਾਂ ਆਪਾਂ ਕੀਤਾ। ਸੋ ਏ ਜੇ ਆਪਾਂ ਰਿਐਕਟੈਂਟ ਲਈ ਕੱਢਦੇ ਹਾਂ, ਇੱਥੇ ਯੂ ਏ ਪਲੱਸ ਪੀ ਵੀ ਆ ਜਾਏਗਾ, ਇਹਦੀ ਵੀ ਲਈ ਕੱਢ ਲਓ, ਫਿਰ ਚੇਂਜ ਕਰ ਲਓ, ਦੋਨਾਂ ਨੂੰ ਮਾਈਨਸ ਕਰ ਦਿਓ, ਪ੍ਰੋਡਕਟ ਮਾਈਨਸ ਰਿਐਕਟੈਂਟ। ਤਾਂ ਸਾਡੇ ਕੋਲ ਦੇਖੋ ਯੂ ਵੀ ਮਾਈਨਸ ਯੂ ਏ ਚੇਂਜ ਇਨ ਇੰਟਰਨਲ ਐਨਰਜੀ ਡੈਲਟਾ ਯੂ ਲਿਖ ਲਿਆ, ਵੀ ਮਾਈਨਸ ਵੀ ਏ ਚੇਂਜ ਇਨ ਵੋਲੀਅਮ ਡੈਲਟਾ ਵੀ ਲਿਖ ਲਿਆ। ਸੋ ਇਹ ਰਿਲੇਸ਼ਨ ਆ ਗਿਆ, ਦੇਖੋ ਇੱਦਾਂ ਰਿਲੇਸ਼ਨ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਦੇਖੋ ਇਹਦੇ ਤੋਂ ਅੱਗੇ ਜੇ ਅਸੀਂ ਅੱਗੇ ਲੈ ਲੈਂਦੇ ਪੀ ਵੀ ਇਜ਼ ਇਕੁਅਲਸ ਟੂ ਐਨ ਆਰ ਟੀ, ਸਾਨੂੰ ਪਤਾ ਇਹ ਤਾਂ ਅਸੀਂ ਰਿਲੇਸ਼ਨ ਉੱਪਰ ਫਾਈਂਡ ਆਊਟ ਕਰ ਲਿਆ ਸੀ। ਪੀ ਵੀ ਇਜ਼ ਇਕੁਅਲਸ ਟੂ ਐਨ ਆਰ ਟੀ, ਆਈਡਲ ਗੈਸ ਇਕੁਏਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕੀ ਹੁੰਦੀ, ਪੀ ਵੀ ਇਜ਼ ਇਕੁਅਲਸ ਟੂ ਐਨ ਆਰ ਟੀ, ਬਹੁਤ ਵਾਰੀ ਕੀਤੀ ਆਪਾਂ ਇਹ, ਮਤਲਬ ਕਿ ਛੋਟੀ ਆਪਣੀ +1 +2 ਦੀਆਂ ਕਲਾਸਿਸ ਦੇ ਵਿੱਚ, ਸੋ ਤੁਹਾਨੂੰ ਆਉਂਦੀ ਹੋਏਗੀ। ਸੋ ਵੀ ਏ ਪਹਿਲਾਂ ਆਪਾਂ ਰਿਐਕਟੈਂਟ ਲਈ ਕੱਢ ਲਈ, ਇਹ ਰਿਐਕਟੈਂਟ ਸੀਗਾ ਐਨ ਏ ਆ ਗਿਆ, ਉਹਦੇ ਨੰਬਰ ਆਫ ਮੋਲਸ ਆ ਗਏ, ਪ੍ਰੋਡਕਟ ਲਈ ਉਹਦੇ ਨੰਬਰ ਆਫ ਮੋਲਸ ਆ ਗਏ, ਕਾਂਸਟੈਂਟ ਟੈਂਪਰੇਚਰ ਪ੍ਰੈਸ਼ਰ ਰੱਖਿਆ। ਸੋ ਦੋਨਾਂ ਚੇਂਜ ਕਰ ਲਈ, ਪੀ ਵੀ ਇਕੁਏਸ਼ਨ ਦੋਨਾਂ ਸਬਟਰੈਕਟ ਕਰਕੇ। ਸੋ ਪੀ ਡੈਲਟਾ ਵੀ ਚੇਂਜ ਇਨ ਵੋਲੀਅਮ ਡੈਲਟਾ ਵੀ ਇਕੁਅਲ ਟੂ ਡੈਲਟਾ ਐਨ ਜੀ, ਇੱਥੇ ਗੈਸ਼ੀਅਸ ਲੈਣੇ, ਨੰਬਰ ਆਫ ਗੈਸ਼ੀਅਸ ਮੋਲ, ਠੀਕ ਹੈ, ਉਹਨਾਂ 'ਚ ਚੇਂਜ ਕਿੰਨਾ ਆਇਆ ਆਰ ਟੀ। ਸੋ ਦਿਸ ਇਜ਼ ਵੈਰੀ 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 ਇੰਪੋਰਟੈਂਟ ਰਿਲੇਸ਼ਨ, ਡੈਲਟਾ ਐਚ ਇਜ਼ ਇਕੁਅਲ ਟੂ ਡੈਲਟਾ ਯੂ ਪਲੱਸ ਡੈਲਟਾ ਐਨ ਜੀ ਆਰ ਟੀ, ਇਹਨੂੰ ਬਿਲਕੁਲ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈਗਾ। ਸੋ ਅਸੀਂ ਕਹਦੇ ਐਨਰਜੀ ਚੇਂਜ ਐਟ ਕਾਂਸਟੈਂਟ ਪ੍ਰੈਸ਼ਰ ਇਕੁਅਲ ਟੂ ਐਨਰਜੀ ਚੇਂਜ ਐਟ ਵੋਲੀਅਮ ਪਲੱਸ change in number of gaseous mole into nRT। so ਇਹਨੂੰ ਲਿਖ ਲਿਆ। the relation is very useful for converting delta H into delta U or delta U into delta H। delta U ਨੂੰ delta H 'ਚ ਕਨਵਰਟ ਕਰਨਾ ਜਾਂ delta H ਨੂੰ delta U 'ਚ ਕਨਵਰਟ ਕਰਨਾ, ਤਾਂ ਵੈਰੀ 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 ਇੰਪੋਰਟੈਂਟ ਰਿਲੇਸ਼ਨਸ਼ਿਪ ਹੈਗਾ, ਤੁਹਾਡੇ ਕੋਲ ਡਾਇਰੈਕਟ ਪੇਪਰ 'ਚ ਪੁੱਛਿਆ ਜਾ ਸਕਦਾ। It is important to note that delta H will be equal to delta U under the following condition। ਇਹ ਬਰਾਬਰ ਕਦੋਂ ਹੁੰਦੀ ਹੈ, ਪਹਿਲਾਂ reaction which does not involve any gaseous component, ਉਹ 'ਚ ਕੋਈ gaseous component ਹੈ ਹੀ ਨਹੀਂ, delta H is equal to delta U ਹੋ ਜਾਏਗਾ। ਦੂਸਰਾ reaction carried out in the closed vessel, ਜੇ ਵੈਸਲ ਹੀ ਕਲੋਜ਼ ਹੈਗੀ ਹੈ ਯਾਨੀ ਡੈਲਟਾ ਵੀ ਚੇਂਜ ਇਨ ਵੋਲੀਅਮ ਕੀ ਹੈ, 0 ਹੋ ਜਾਏਗਾ, ਤਾਂ ਵੀ ਡੈਲਟਾ ਐਚ ਇਜ਼ ਇਕੁਅਲ ਟੂ ਡੈਲਟਾ ਯੂ ਆਏਗਾ। ਤੀਸਰਾ ਹੈਗਾ ਰਿਐਕਸ਼ਨ ਵਿੱਚ ਇਨਵੋਲਵ ਗੈਸ਼ੀਅਸ ਰਿਐਕਟੈਂਟ ਪ੍ਰੋਡਕਟ ਬਟ ਦੇयर इज़ नो चेंज इन नंबर ऑफ मोल्स, ਡੈਲਟਾ ਐਨ ਜੀ ਕੀ ਹੈ 0, ਚੇਂਜ ਇਨ ਨੰਬਰ ऑफ ਚੇਂਜ ਹੀ ਨਹੀਂ ਹੋਇਆ, ਕਾਂਸਟੈਂਟ ਰਹਿ ਰਿਹਾ, ਤਾਂ ਵੀ ਡੈਲਟਾ ਐਚ ਇਜ਼ ਇਕੁਅਲ ਟੂ ਕੀ ਆ ਗਿਆ ਡੈਲਟਾ ਯੂ। ਇਸ ਸਟੇਟਮੈਂਟ ਵਾਈਜ਼ ਤੁਹਾਨੂੰ ਕੁਐਸਚਨ ਪੁੱਟ ਕਰ ਸਕਦਾ ਨਾ, ਕੁਐਸਚਨ ਹੈਗਾ ਜੇ ਤੁਹਾਨੂੰ ਰਿਲੇਸ਼ਨ ਪਤਾ ਉਹ 'ਚ ਵੈਲਿਊਜ਼ ਪੁੱਟ ਕਰਕੇ ਦੇਖੀ ਤਾਂ ਰਿਲੇਸ਼ਨ ਦੀਆਂ ਜੋ ਕੰਡੀਸ਼ਨਸ ਆ ਉਹ ਕੰਡੀਸ਼ਨਸ ਅਪਲਾਈ ਕਰੋ ਉਸ ਇਕੁਏਸ਼ਨ 'ਤੇ, ਤੁਹਾਡੇ ਕੋਲ ਡੈਲਟਾ ਐਚ ਬਰਾਬਰ ਡੈਲਟਾ ਯੂ ਆਈ ਜਾਏਗਾ, ਠੀਕ ਹੈ ਨਾ, ਕੁਛ ਔਖਾ ਨਹੀਂ ਹੈਗਾ ਇਹਦੇ ਵਿੱਚ। एग्जाम्पल है ना रिएक्शन लिए H2 + Cl2 gives 2 HCl, ठीक है। इधर नंबर ऑफ मोल्स किन्ने हैं 2, इधर भी किन्ने हैं 2, 2 - 2 0, मतलब चेंज की आ गया डेल्टा एन जी की आ गया 0। सो डेल्टा एच इक्वल टू कि आ गया डेल्टा यू दे, सिंपल। ये वाली रिएक्शन हैगी नीचे वाली, इधर तुम रिएक्शन वाइज करके देख सकते हो। ये देखो इधर भी एक मोल हैगा, इधर गैसियस मोल एको ही हैगा 1 - 1 0। रिएक्शन इन विच देयर इज़ एन इनक्रीज इन नंबर ऑफ मोल्स ऑफ गैशियस कंपोनेंट, जे वादे हैगे ने, ठीक है। तो फिर तुम कढ़ के देख लो 1 - 1/2 लाइक ये +1/2 आ गया, ठीक है। उस वैल्यू कर लो डेल्टा एच ग्रेटर दैन डेल्टा यू। थर्ड हैगा जो डिक्रीज़ होंदा पिया वो कर लो, रिएक्शनस लै लेनी है तुसीं, उस नैगेटिव आ जाएगा इक्वल टू माइनस नैगेटिव। सो सिंपल है 0 है तो बराबर आ गया, जे नैगेटिव हैगा डेल्टा एच, हुण तुसीं रिलेशन पुट करके देख लो ना, डेल्टा एन जी नैगेटिव लै लो, कित्थे गया रिलेशन साडे कोल, ये देखो ये नैगेटिव लै लो। हुण डेल्टा यू चो कुछ माइनस होएगा, देखो लेट्स से डेल्टा यू 2 हैगा, है ना, ये डेल्टा एन जी नैगेटिव आ गया, है ना, डिक्रीज़ हो गया, माइनस आ गया, ये कुछ घट के जो डेल्टा एच का आंसर आएगा छोटा ही आएगा डेल्टा यू तो। सो सिंपल है ना, जो डेल्टा एन जी नैगेटिव है डेल्टा एच लैस दैन होएगा डेल्टा यू तो, सिंपल है, मतलब कुछ औखा नहीं है। सो ये तुहानूं गिवन ना पेपर च डायरैक्ट कंडीशनस जिहड़ियां हाईलाइटेड पुछियां जांदियां। सो जो तुहानूं इक्वेशन देखो, एक इक्वेशन तो प्रीवियस वीडियो च भी आई सीगा कि जो फर्स्ट थर्मोडायनामिक्स की इक्वेशन सी उहदे विच ही बस पॉइंट्स पुट करी जाओ तो आंसर आई जाते इदां इहदे विच। सिंपल है ना, मतलब कि तुसीं कॉम्पलीकेटेड ना चीज़ों नूं लिओ, सिंपल लैके चलोगे तो बहुत सिंपल लगणगे। कंडीशनस जस्ट अप्लाई करके देखनी है कि नैगेटिव आ गया डेल्टा एन जी, वो पुट कर दो नैगेटिव, तो डेल्टा एच लैस दैन डेल्टा यू आ गया, कोई क्रैमिंग तो है नहीं गी ना।
ਸੋ ਦੂਸਰੇ ਕੇਸ 'ਚ ਜੇ ਡੈਲਟਾ ਐਨ ਜੀ ਪੋਜ਼ੀਟਿਵ ਆਉਂਦਾ, ਹੁਣ ਸਾਡੇ ਕੋਲ ਰਿਲੇਸ਼ਨ ਕੀ ਸੀ, ਡੈਲਟਾ ਐਚ ਇਜ਼ ਇਕੁਅਲਸ ਟੂ ਡੈਲਟਾ ਯੂ ਪਲੱਸ ਐਨ ਜੀ ਡੈਲਟਾ ਐਨ ਜੀ ਆਰ ਟੀ। ਜੇ ਹੁਣ ਇਹ ਪੋਜ਼ੀਟਿਵ ਆਉਂਦਾ, 2 ਦੇ ਵਿੱਚ ਕੁਛ ਪਲੱਸ ਕਰੋਗੇ ਤੇ ਜਿਹੜਾ ਆਂਸਰ ਡੈਲਟਾ ਐਚ ਦਾ ਹੈਗਾ ਉਹ ਇਸ 2 ਤੋਂ ਵੱਡਾ ਹੀ ਆਏਗਾ, ਹੈ ਨਾ। ਸੋ ਮਤਲਬ ਡੈਲਟਾ ਯੂ ਜੇ 2 ਹੈਗਾ ਤੇ ਡੈਲਟਾ ਐਚ ਤੋਂ ਵੱਡਾ ਹੀ ਆਏਗਾ ਨਾ, ਜੇ ਡੈਲਟਾ ਐਨ ਜੀ ਪੋਜ਼ੀਟਿਵ ਹੈਗਾ। ਸੋ ਡੈਲਟਾ ਐਚ ਗ੍ਰੇਟਰ ਦੈਨ ਡੈਲਟਾ ਯੂ, ਕੁਛ ਔਖਾ ਨਹੀਂ ਹੈਗਾ। ਨੈਕਸਟ ਹੈ ਹੀਟ ਆਫ ਕੰਬਸ਼ਨ ਆਫ ਅ ਗੈਸ਼ੀਅਸ ਮੀਥੇਨ CH4 ਐਟ ਕੌਂਸਟੈਂਟ ਵੋਲਿਊਮ ਇਜ਼ ਮੇਜ਼ਰਡ ਇਨ ਅ ਬੋਮ ਕਲੋਰੀਮੀਟਰ ਐਟ 298 Kelvin ਇਜ਼ ਫਾਊਂਡ ਟੂ ਬੀ। ਇਹ ਤਾਂ ਦਿੱਤੀ ਹੈ, ਹੀਟ ਆਫ ਕੰਬਸ਼ਨ ਦਿੱਤੀ ਹੋਈ ਆ, ਮੋਲ ਪਰ ਮੋਲ ਫਾਈਂਡ ਦਾ ਵੈਲਿਊ ਆਫ ਐਂਥੈਲਪੀ ਚੇਂਜ। ਡੈਲਟਾ 'ਚ ਤੁਸੀਂ ਫਾਈਂਡ ਆਊਟ ਕਰਨਾ ਹੈ। ਰਿਐਕਸ਼ਨ ਪਹਿਲਾਂ ਪਤਾ ਹੋਣੀ ਚਾਹੀਦੀ ਤੁਹਾਨੂੰ CH4 ਦੀ। ਇਹ ਮੈਂ ਤੁਹਾਨੂੰ ਜਦੋਂ ਆਪਾਂ ਐਲਕੇਨ ਕੀਤਾ ਉਹਦੇ ਵਿੱਚ ਕੰਬਸ਼ਨ ਦੀ ਰਿਐਕਸ਼ਨ ਦਾ ਫਾਰਮੂਲਾ ਵੀ ਲਿਖਾਇਆ ਸੀ, ਠੀਕ ਹੈ। ਇਹ ਉਹੀ ਲੱਗਣਾ ਫਾਰਮੂਲਾ, O2 ਕਿੰਨੇ ਆਣੇ ਆ, ਠੀਕ ਹੈ, ਇਹ ਵਾਲਾ ਕਿੰਨੇ ਆਣੇ ਆ, ਠੀਕ ਹੈ, ਇਹ ਕਿੰਨੇ ਆਣੇ ਆ, ਵਾਟਰ ਕਿੰਨੇ ਆਣੇ ਆ। ਸੋ ਉਹਦੇ ਅਕੋਰਡਿੰਗ ਇਹ ਰਿਐਕਸ਼ਨ ਹੋ ਜਾਣੀ। ਡੈਲਟਾ ਯੂਜ਼ ਇਕੁਅਲਸ ਟੂ -5.4 ਦਿੱਤਾ ਹੋਇਆ ਚੇਂਜ ਇਨ, ਠੀਕ ਹੈ। ਇੰਟਰਨਲ ਐਨਰਜੀ ਇਹ ਅਸੀਂ ਇਹਨੂੰ ਕਨਵਰਟ ਕਰ ਲਿਆ, ਕਿਲੋ ਨੂੰ ਹਟਾ ਲਿਆ, 10⁻³ ਲਗਾ ਦਿੱਤਾ। ਡੈਲਟਾ ਐਨ ਜੀ ਚੇਂਜ ਇਨ ਨੰਬਰ ਆਫ ਮੋਲਸ ਕੱਢ ਲਿਆ, ਇੱਧਰ ਹੈਗੇ 3, ਠੀਕ ਹੈ। ਇੱਧਰ ਗੈਸ਼ੀਅਸ ਮੋਲ ਹੈਗੇ, ਸੌਰੀ ਇੱਧਰ ਗੈਸ਼ੀਅਸ ਮੋਲ ਓਨਲੀ 2 ਹੈਗੇ ਨੇ, ਇੱਧਰ 2 ਤੇ 1 3 ਹੈਗੇ ਨੇ, ਠੀਕ ਹੈ। ਸੋ ਅਸੀਂ ਵੈਲਿਊ ਕੱਢ ਲਈ ਇਹਦੀ, -2 ਆ ਗਿਆ, 1 - 3, ਓਕੇ। ਇੱਧਰ 1 ਹੈਗਾ ਓਨਲੀ, 2 ਨਹੀਂ ਹੈਗੇ, 1 ਹੀ ਹੈ। ਇੱਧਰ ਕਾਰਬਨ ਡਾਈਆਕਸਾਈਡ ਇੱਕੋ ਤਾਂ ਮੋਲ ਹੈ, ਸੌਰੀ। ਇੱਧਰ 2 ਤੇ 1 3 ਹੈਗਾ, ਸੋ -2 ਆ ਗਿਆ। ਟੈਂਪਰੇਚਰ ਆਪਾਂ 298 ਦਿੱਤਾ ਹੋਇਆ, ਆਰ ਦੀ ਵੈਲਿਊ 8.314 ਲੈਣੀ ਹਮੇਸ਼ਾ। ਸੋ ਵੈਲਿਊਜ਼ ਪੁੱਟ ਕਰ ਦੇਣੀ ਹੈ, ਠੀਕ ਹੈ। ਸਾਨੂੰ ਸਿੰਪਲ ਕੈਲਕੂਲੇਸ਼ਨਸ ਆਉਣਗੀਆਂ ਪੇਪਰ 'ਚ। ਨੈਕਸਟ ਐਂਥੈਲਪੀ ਚੇਂਜ ਫਾਈਂਡ ਆਊਟ ਕਰਨਾ, ਰਿਐਕਸ਼ਨ ਦਿੱਤੀ ਹੋਈ ਹੈ ਸਾਨੂੰ, ਸੌਰੀ ਐਂਥੈਲਪੀ ਚੇਂਜ ਦਿੱਤਾ ਹੋਇਆ, ਡੈਲਟਾ ਯੂ ਫਾਈਂਡ ਆਊਟ ਕਰਨਾ। ਫਾਰਮੂਲਾ ਫਿਰ ਅਗੇਨ ਉਹੀ, ਰਿਐਕਸ਼ਨ ਦਿੱਤੀ ਹੈ, ਚੇਂਜ ਇਨ ਨੰਬਰ ਆਫ ਮੋਲਸ ਕੱਢੋ। ਇੱਧਰ ਕਿੰਨੇ ਹੈਗੇ ਨੇ 2, ਇੱਧਰ 3 ਤੇ 1 ਹੈਗੇ ਨੇ 4, ਠੀਕ ਹੈ। 2 - 4 -2 ਆ ਜਾਣਗੇ। ਟੈਂਪਰੇਚਰ 298, ਆਰ ਦੀ ਵੈਲਿਊ ਗੈਸ ਕਾਂਸਟੈਂਟ ਦੀ ਕਾਂਸਟੈਂਟ ਇੰਨੀ ਵੈਲਿਊ ਰਹਿਣੀ 8.314। ਫਾਰਮੂਲਾ ਤੁਹਾਨੂੰ ਪਤਾ, ਵੈਲਿਊਜ਼ ਪੁੱਟ ਕਰੀ ਜਾਓ ਤੇ ਆਂਸਰ ਆ ਜਾਏਗਾ। ਕੁਛ ਔਖਾ ਨਹੀਂ ਹੈਗਾ, ਬਹੁਤ ਸੌਖੀਆਂ ਚੀਜ਼ਾਂ ਹੈਗੀਆਂ, ਬਸ ਤਰੀਕਾ ਉਹਨਾਂ ਨੂੰ ਕਰਨ ਦਾ ਕਿ ਮੇਨ ਹੁਣ ਮੈਂ ਤੁਹਾਨੂੰ ਇੱਕ ਵਾਰੀ ਦੱਸਣੀ, ਤੁਸੀਂ ਮੇਨ ਕੀ ਚੀਜ਼ਾਂ ਨੋਟ ਕਰਨੀਆਂ। ਮੇਨ ਇੱਕ ਫਾਰਮੂਲਾ ਇਹ ਵਾਲਾ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ, ਨੋਟ ਡਾਊਨ ਕਰ ਲੈਣਾ, ਇੱਕ ਦੋ ਵਾਰੀ ਪੜ੍ਹ ਲੈਣਾ, ਅਤੇ ਕਿਹੜੀਆਂ ਕੰਡੀਸ਼ਨਸ ਆ ਜਿਹਦੇ ਅੰਡਰ ਉਹ ਬਰਾਬਰ ਹੋ ਜਾਂਦਾ ਸਿੰਪਲ, ਉਹ ਵੈਲਿਊਜ਼ ਪੁੱਟ ਕਰਕੇ ਦੇਖੀ ਜਾਓ, ਠੀਕ ਹੈ। ਅਤੇ ਇੱਕ ਇਹ ਵਾਲਾ, ਇਹ ਬਹੁਤ ਇੰਪੋਰਟੈਂਟ ਹੈਗਾ। ਜਿੰਨੇ ਵੀ ਬਲੈਕ ਕਲਰ ਨਾਲ ਹਾਈਲਾਈਟਡ ਹੁੰਦੇ ਸਾਰੇ ਇੰਪੋਰਟੈਂਟ ਹੁੰਦੇ, ਤੁਹਾਨੂੰ ਦੱਸਦੀ ਪਈ, ਪੇਪਰ 'ਚ ਪੁੱਛੇ ਜਾਂਦੇ ਆ, ਠੀਕ ਹੈ। ਐਂਡ ਦਿਸ